ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਪ੍ਰਸੰਗ ਸਹਿਤ ਵਿਆਖਿਆ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਨੂੰ ਭਾਗ 1 ਦੇ ਤਹਿਤ ਅਸੀਂ ਸ਼ਾਮਿਲ ਕੀਤਾ ਹੈ। ਇਸ ਤੋਂ ਪਹਿਲਾਂ ਕਿ ਅੱਜ ਦੀ ਕਲਾਸ ਸ਼ੁਰੂ ਕੀਤੀ ਜਾਵੇ, ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲੈਣਾ, ਤਾਂ ਜੋ ਨਵੀਆਂ ਅਪਡੇਟਸ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਗੁਰੂ ਅਰਜਨ ਦੇਵ ਜੀ ਦੀ ਬਾਣੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕਾਵ ਜੋਤਾਂ ਪੁਸਤਕ ਦੇ ਵਿੱਚ ਭਿੰਨੀ ਰੈਣੜੀਏ ਸਿਰਲੇਖ ਹੇਠ ਦਰਜ ਹੈ, ਜੋ ਕਿ ਰਾਗ ਆਸਾ ਦੇ ਵਿੱਚ ਹੈ। ਇਸ ਸਿਰਲੇਖ ਹੇਠ ਦਰਜ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਮਨੁੱਖ ਨੂੰ ਜੋ ਹੈ ਪ੍ਰੇਰਿਤ ਕਰਦਿਆਂ ਹੋਇਆਂ ਫਰਮਾਇਆ ਹੈ ਕਿ ਭਿੰਨੀ ਰੈਣੜੀਏ ਚਮਕਣ ਤਾਰੇ। ਭਾਵ ਇਸ ਕਾਵ-ਬੰਧ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਜੋ ਪ੍ਰਾਕ੍ਰਿਤਿਕ ਨਜ਼ਾਰਾ ਹੈ, ਜੋ ਕੁਦਰਤੀ ਵਾਤਾਵਰਨ ਹੈ, ਉਸ ਦਾ ਦ੍ਰਿਸ਼ ਚਿੱਤਰਨ ਪੇਸ਼ ਕਰਦਿਆਂ ਹੋਇਆਂ ਲਿਖਿਆ ਹੈ ਕਿ ਭਿੰਨੀ ਰੈਣੜੀਏ, ਭਿੰਨੀ ਰਾਤ, ਕਿਉਂਕਿ ਰੈਣ ਹੈ, ਰਾਤ ਦਾ ਵੇਲਾ ਹੈ, ਭਿੰਨੀ ਤਰੇਲ ਜੋ ਹੈ ਘਾਹ ਦੇ ਉੱਤੇ ਪਈ ਹੋਈ ਹੈ। ਆਕਾਸ਼ ਦੇ ਵਿੱਚ ਹਨੇਰੀ ਕਾਲੀ ਰਾਤ ਦੇ ਵਿੱਚ ਟਿਮਟਿਮਾਉਂਦੇ ਹੋਏ ਤਾਰੇ ਜਿਹੜੇ ਨੇ, ਚਮਕਦੇ ਹੋਏ ਤਾਰੇ, ਇੱਕ ਬਹੁਤ ਹੀ ਨਜ਼ਾਰਾ ਬਣ ਰਹੇ ਨੇ, ਬਹੁਤ ਹੀ ਇੱਕ ਵਧੀਆ ਮਾਹੌਲ ਦੀ ਸਿਰਜਣਾ ਕਰ ਰਹੇ ਨੇ। ਅਜਿਹੇ ਮਾਹੌਲ ਦੇ ਵਿੱਚ ਜਦੋਂ ਜੇਕਰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਵੀ ਵੇਖਿਆ ਜਾਵੇ, ਜਿਸ ਵਕਤ ਜੋ ਹੈ ਆਕਸੀਜਨ ਦੀ ਭਰਪੂਰਤਾ ਹੁੰਦੀ ਹੈ ਵਾਤਾਵਰਨ ਦੇ ਵਿੱਚ, ਅਜਿਹੇ ਵਕਤ ਦੇ ਵਿੱਚ ਗੁਰੂਦੇਵ ਨੇ ਜੋ ਸੰਤ ਜਨ ਹਨ, ਜੋ ਪ੍ਰਭੂ ਦੇ ਪਿਆਰੇ ਭਗਤ ਹਨ, ਜੋ ਬੰਦਗੀ ਦੇ ਵਿੱਚ ਲੀਨ ਹਨ, ਉਹਨਾਂ ਨੂੰ ਸੰਬੋਧਿਤ ਕਰਦਿਆਂ ਫਰਮਾਇਆ ਹੈ ਕਿ ਜਾਗੋ ਸੰਤ ਜਨਾ ਮੇਰੇ ਰਾਮ ਪਿਆਰੇ। ਕਿ ਇਸ ਵਕਤ ਦੇ ਵਿੱਚ ਜਾਗਣਾ, ਇੱਕ ਤਾਂ ਨੀਂਦ ਤੋਂ ਜਾਗ ਕੇ ਬੰਦਗੀ ਦੇ ਵਿੱਚ ਲੀਨ ਹੋਣਾ, ਪਿਆਰੇ ਭਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਹਿ ਰਹੇ ਨੇ, ਜਿਹੜੇ ਰੱਬ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਦੀ ਲਿਵ ਉਸ ਕਾਦਰ ਦੇ ਨਾਲ, ਉਸ ਕੁਦਰਤ ਦੇ ਨਾਲ ਲੱਗੀ ਹੋਈ ਹੈ, ਉਹਨਾਂ ਦੀ ਜਾਗਰਿਤ ਅਵਸਥਾ ਦਾ ਜ਼ਿਕਰ ਕਰ ਰਹੇ ਨੇ, ਜੋ ਕਿ ਨੀਂਦ ਨੂੰ ਤਿਆਗ ਕੇ ਅਜਿਹੇ ਸੁਹਾਵਣੇ ਮੌਸਮ ਦੇ ਵਿੱਚ ਪ੍ਰਭੂ ਦੀ ਬੰਦਗੀ ਦੇ ਵਿੱਚ ਲੀਨ ਹਨ। ਦੂਜੇ ਪਾਸੇ ਉਹ ਵੈਸੇ ਵੀ ਜਾਗਰਿਤ ਅਵਸਥਾ ਦੇ ਵਿੱਚ ਹਨ, ਸੁਚੇਤ ਹਨ ਆਪਣੇ ਆਪੇ ਦੇ ਪ੍ਰਤੀ, ਸਮਾਜ ਦੇ ਪ੍ਰਤੀ। ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨਦਿਨੋ। ਗੁਰੂਦੇਵ ਫਰਮਾ ਰਹੇ ਨੇ ਕਿ ਅਜਿਹੇ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਪਿਆਰੇ ਜੀਵ ਜੋ ਹਨ, ਉਹ ਸਦਾ ਹੀ ਜਾਗਦੇ ਹਨ, ਜਾਗਰਿਤ ਅਵਸਥਾ ਦੇ ਵਿੱਚ ਰਹਿੰਦੇ ਹਨ, ਔਰ ਨਾਮ ਸਿਮਰਹਿ ਅਨਦਿਨੋ, ਹਰ ਪਲ ਹਰ ਘੜੀ ਜਿਹੜਾ ਹੈ ਬਿਨਾਂ ਕਿਸੇ ਰੁਕਾਵਟ ਤੋਂ, ਬਿਨਾਂ ਆਪਣੇ ਧਿਆਨ ਨੂੰ ਭਟਕਾਇਆ, ਉਸ ਦੇ ਸ਼ੁਭ ਕਰਮਾਂ ਦੇ ਵਿੱਚ, ਬੰਦਗੀ ਦੇ ਵਿੱਚ ਲੱਗੇ ਰਹਿੰਦੇ ਹਨ, ਉਸ ਨੂੰ ਸਿਮਰਦੇ ਹਨ, ਆਰਾਧਦੇ ਹਨ। ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰੋ ਨਾਹੀ ਇੱਕ ਖਿਣੋ। ਕਿਉਂਕਿ ਅਜਿਹੇ ਜੀਵਾਂ ਦਾ ਧਿਆਨ ਜੋ ਹੈ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਹੁੰਦਾ ਹੈ। ਚਰਨ ਕਮਲਾਂ ਦੇ ਵਿੱਚ ਧਿਆਨ ਹੋਣ ਤੋਂ ਭਾਵ ਹੈ ਕਿ ਇਹ ਨਿਰਵਾਣ ਹਨ, ਆਪਣੇ ਆਪੇ ਨੂੰ ਆਪਾ ਜੋ ਹੈ ਸਮਰਪਿਤ ਕਰ ਦਿੰਦੇ ਹਨ, ਬਿਲਕੁਲ ਡਾਊਨ ਟੂ ਅਰਥ ਹੋ ਜਾਂਦੇ ਹਨ। ਭਾਵ ਚਰਨਾਂ, ਗੁਰੂ ਦੇ ਚਰਨ ਕਮਲ ਜਿਹੜੇ ਹਨ, ਉਹਨਾਂ ਦਾ ਧਿਆਨ ਧਰਦੇ ਹਨ, ਨਿਰਵਾਣ ਹੋ ਕੇ ਉਹਨਾਂ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਭਾਵ ਇੰਨੇ ਝੁਕ ਜਾਣਾ, ਵਿਨਮਰ ਹੋ ਜਾਣਾ, ਆਪਣੇ ਆਪੇ ਨੂੰ ਫਨਾਹ ਕਰ ਲੈਣਾ ਆਪਣੇ ਗੁਰੂ ਨੂੰ ਪਾਉਣ ਦੇ ਲਈ। ਪ੍ਰਭ ਬਿਸਰੋ ਨਾਹੀ ਇੱਕ ਖਿਣੋ, ਇੱਥੋਂ ਤੱਕ ਕਿ ਉਹ ਉਸ ਕਾਦਰ ਨੂੰ, ਉਸ ਕੁਦਰਤ ਨੂੰ, ਜੋ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਉਸ ਨੂੰ ਇੱਕ ਪਲ ਦੇ ਲਈ ਵੀ, ਇੱਕ ਖਿਣ, ਇੱਕ ਪਲ ਦੇ ਲਈ ਵੀ ਬਿਸਰੋ ਨਾਹੀ, ਵਿਸਾਰਦੇ ਨਹੀਂ, ਭੁੱਲਦੇ ਨਹੀਂ। ਤਜ ਮਨ ਮੋਹ ਵਿਕਾਰ ਮਨ ਕਾ ਕਲਮਲਾ ਦੁੱਖ ਜਾਰੇ। ਗੁਰੂਦੇਵ ਫਰਮਾ ਰਹੇ ਹਨ ਕਿ ਅਜਿਹੇ ਜੋ ਭਗਤ ਸਰੂਪ ਮਨੁੱਖ ਹਨ, ਅਜਿਹੀਆਂ ਜੋ ਜਿਗਿਆਸੂ ਆਤਮਾਵਾਂ ਹਨ, ਉਹ ਆਪਣੇ ਤਜ ਯਾਨੀ ਕਿ ਤਿਆਗ ਦਿੰਦੀਆਂ ਹਨ। ਮਾਣ ਹੰਕਾਰ ਨਹੀਂ ਹੁੰਦਾ ਉਹਨਾਂ ਦੇ ਮਨ ਦੇ ਵਿੱਚ, ਕੋਈ ਮੋਹ ਮੁਹੱਬਤ, ਦੁਨਿਆਵੀ ਵਿਸ਼ੇ ਵਿਕਾਰਾਂ ਦੇ ਨਾਲ ਉਹਨਾਂ ਦਾ ਕੋਈ ਮੋਹ ਪਿਆਰ ਨਹੀਂ ਹੁੰਦਾ। ਤਜ ਮਨ ਮਾਨ ਮੋਹ ਵਿਕਾਰ ਮਨ ਕਾ, ਉਹਨਾਂ ਨੇ ਹਰ ਤਰ੍ਹਾਂ ਦਾ ਜੋ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਵਿਕਾਰ ਨੇ, ਜਿਹੜੇ ਬੁਰਾਈਆਂ ਨੇ, ਉਹਨਾਂ ਨੂੰ ਤਿਆਗ ਦਿੱਤਾ ਹੁੰਦਾ ਹੈ, ਔਰ ਉਹਨਾਂ ਦਾ ਮਨ ਜਿਹੜਾ ਹੈ
ਉਹ ਨਿਰੰਤਰ ਪਵਿੱਤਰ ਹੁੰਦਾ ਹੈ। ਕਲ ਮਲਾ ਦੁਖ ਜਾਰੇ, ਕਿਉਂਕਿ ਉਹਨਾਂ ਨੇ ਇਹ ਸਾਰੇ ਵਿਗਾਰ ਜਿਹੜੇ ਨੇ, ਜਿਹੜੇ ਸਾਰੇ ਦੁੱਖਾਂ ਦਾ ਜੋ ਆਧਾਰ ਨੇ, ਦੁੱਖਾਂ ਦੀ ਜੜ ਨੇ, ਉਹਨਾਂ ਨੂੰ ਜਾੜ ਦਿੱਤਾ ਹੈ, ਭਾਵ ਸਾੜ ਦਿੱਤਾ ਹੈ, ਜਿਸ ਸਦਕਾ ਇਹਨਾਂ ਦਾ ਜੋ ਮਨ ਹੈ ਉਹ ਕਮਲ ਦੇ ਫੁੱਲ ਵਾਂਗ ਪਵਿੱਤਰ ਹੁੰਦਾ ਹੈ। ਬਿਨਵੰਤ ਨਾਨਕ ਸਦਾ ਜਾਗੋ ਹਰਿਦਾਸ ਸੰਤ ਪਿਆਰੇ। ਬਿਨਵੰਤ ਯਾਨੀ ਕਿ ਜੋਦੜੀ ਹੈ, ਬੇਨਤੀ ਹੈ। ਗੁਰੂ ਨਾਨਕ ਸਵਰੂਪ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਬਿਨਵੰਤ ਨਾਨਕ, ਇੱਥੇ ਧਿਆਨਯੋਗ ਨੁਕਤਾ ਹੈ ਕਿ ਗੁਰਬਾਣੀ ਜੋ ਹੈ ਇਹ ਗੁਰੂ ਅਰਜਨ ਦੇਵ ਜੀ ਜੋ ਕਿ 5ਵੀਂ ਪਾਤਸ਼ਾਹੀ ਹਨ ਉਹਨਾਂ ਦੀ ਹੈ, ਪਰ ਇਸ ਦੇ ਵਿੱਚ ਨਾਮ ਜੋ ਹੈ ਗੁਰੂ ਨਾਨਕ ਦਾ ਹੈ, ਭਾਵ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਹਨ ਉਹਨਾਂ ਨੇ ਆਪਣੇ ਨਾਮ ਦੇ ਨਾਲ ਜੋ ਹੈ ਨਾਨਕ ਨਾਮ ਦੇ ਤਹਿਤ ਹੀ ਉਹਨਾਂ ਨੇ ਬਾਣੀ ਦੀ ਸਿਰਜਣਾ ਕੀਤੀ ਹੈ, ਭਾਵ ਉਹ ਨਾਨਕ, ਉਹ ਪਹਿਲੀ ਜੋਤ ਜੋ ਸੀ, ਪਹਿਲੇ ਗੁਰੂ ਸਨ, ਉਹਨਾਂ ਦਾ ਹੀ ਅੱਗੇ ਜੋਤ ਚੱਲ ਰਹੀ ਹੈ। ਸੋ ਗੁਰੂ ਨਾਨਕ ਸਵਰੂਪ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਬਿਨਵੰਤ ਨਾਨਕ ਦੇ ਬੇਨਤੀ ਹੈ, ਹੇ ਪ੍ਰਭੂ ਪਿਆਰੇ ਪ੍ਰਿਯਤਮ ਸਦਾ ਜਾਗੇ ਹਰਿਦਾਸ ਸੰਤ ਪਿਆਰੇ, ਕਿ ਇਹ ਤੇਰੀ ਰਹਿਮਤ ਹੋਈ ਹੈ ਸਾਡੇ 'ਤੇ, ਜੀ ਉਸ ਜੀਵ 'ਤੇ ਜਿਹੜਾ ਉਸ ਪ੍ਰਭੂ ਦੀ ਅਰਾਧਨਾ ਕਰਦਾ ਹੋਇਆ ਚੰਗੇ ਕਰਮਾਂ ਦੇ ਵਿੱਚ ਲੀਨ ਹੈ, ਉਹ ਸਦਾ ਹੀ ਜਾਗਰਿਤ ਅਵਸਥਾ ਦੇ ਵਿੱਚ ਰਹਿੰਦਾ ਹੈ, ਕਿਉਂਕਿ ਉਸ ਨੂੰ ਆਪਣੀ ਹੋਂਦ ਦਾ, ਆਪਣੇ ਆਪੇ ਦਾ ਜਿਸ ਮਕਸਦ ਦੇ ਲਈ ਇਸ ਦੁਨੀਆ 'ਤੇ ਆਇਆ ਹੈ ਉਸ ਦਾ ਅਹਿਸਾਸ ਹੈ। ਔਰ ਅਜਿਹੇ ਜੀਵ ਜੋ ਹਨ ਹਰਿਦਾਸ ਸੰਤ ਪਿਆਰੇ, ਕਿਉਂਕਿ ਇਹ ਪ੍ਰਭੂ ਦੇ ਦਾਸ ਹਨ, ਸੇਵਕ ਹਨ, ਪਿਆਰੇ ਭਗਤ ਹਨ, ਜਿਨ੍ਹਾਂ ਦੇ ਉੱਤੇ ਪ੍ਰਭੂ ਨੇ, ਉਸ ਬੰਦਗੀ ਕਰਨ ਵਾਲਿਆਂ ਦੇ ਉੱਤੇ ਉਸ ਪ੍ਰਭੂ ਨੇ ਇੰਨੀ ਰਹਿਮਤ ਕੀਤੀ ਹੈ, ਇੰਨੀ ਉਹਨਾਂ ਦੇ ਉੱਤੇ ਜੋ ਹੈ ਮਿਹਰ ਦੀ ਬਾਰਿਸ਼ ਕੀਤੀ ਹੈ ਕਿ ਉਹ ਸਦਾ ਹੀ ਜਾਗਰਿਤ ਅਵਸਥਾ ਦੇ ਵਿੱਚ ਰਹਿੰਦੇ ਹਨ ਔਰ ਪ੍ਰਭੂ ਦੀ ਬੰਦਗੀ ਦੇ ਵਿੱਚ ਲੀਨ ਰਹਿੰਦਿਆਂ ਹੋਇਆਂ ਇਹਨਾਂ ਕੁਦਰਤੀ ਜੋ ਦੁਨਿਆਵੀ ਨਜ਼ਾਰੇ ਹਨ ਇਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਹਨਾਂ ਦੇ ਵਿੱਚ ਜੋ ਹੈ ਖੁੱਭ ਨਹੀਂ ਜਾਂਦੇ, ਬਲਕਿ ਇੱਕ ਤਰ੍ਹਾਂ ਦੇ ਨਾਲ ਵਿਰਕਤ ਹੁੰਦੇ ਹਨ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਕਾਵ ਸਤਰਾਂ ਦੇ ਵਿੱਚ, ਇਸ ਬਾਣੀ ਦੇ ਵਿੱਚ ਮਨੁੱਖ ਨੂੰ ਜੋ ਹੈ ਹਮੇਸ਼ਾ ਆਪਣੇ ਚੌਗਿਰਦੇ ਦੇ ਪ੍ਰਤੀ ਸੁਚੇਤ ਰਹਿਣ ਦੇ ਲਈ, ਜਾਗਰਿਤ ਅਵਸਥਾ ਦੇ ਵਿੱਚ ਰਹਿਣ ਦੇ ਲਈ ਪ੍ਰੇਰਿਤ ਕੀਤਾ ਹੈ। ਅਗਲਾ ਜੋ ਕਾਵਬੰਦ ਹੈ ਉਹ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇਹ ਇਸੇ ਸਿਰਲੇਖ ਹੇਠ ਜੋ ਹੈ ਕਾਵਜੋਤਾਂ ਪੁਸਤਕ ਦੇ ਵਿੱਚ ਦਰਜ ਹੈ ਇਹ ਬਾਣੀ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇੱਥੇ ਵੀ ਗੁਰੂ ਅਰਜਨ ਦੇਵ ਜੀ ਨੇ ਉਸ ਰੱਬੀ ਜੋਤ ਨੂੰ ਜੋ ਨਿਰਾਕਾਰ ਹੈ, ਜੋ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਵਿਆਪਤ ਹੈ, ਜੋ ਬ੍ਰਹਿਮੰਡ ਦਾ ਆਧਾਰ ਹੈ, ਉਸੇ ਨੂੰ ਹੀ ਆਪਣਾ ਸਰਬੰਸ ਮੰਨਦਿਆਂ ਹੋਇਆਂ ਮਨੁੱਖ ਨੂੰ ਜੋ ਹੈ ਆਪਣੇ ਮਨ ਦੇ ਵਿੱਚ ਜੋ ਹੈ ਆਸਵੰਦ ਹੁੰਦਿਆਂ ਹੋਇਆਂ ਉਸ ਇੱਕ ਜੋਤ ਤੋਂ ਹੀ ਸੱਚੀ ਰਹਿਨੁਮਾਈ ਹਾਸਲ ਕਰਨ ਦੀ ਜੋਦੜੀ ਕੀਤੀ ਹੈ। ਇਸ ਲਈ ਗੁਰੂ ਨਾਨਕ ਸਵਰੂਪ ਗੁਰੂ ਅਰਜਨ ਦੇਵ ਜੀ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਿਰਲੇਖ ਹੇਠ ਜੋ ਹੈ ਰਾਗ ਮਾਝ ਦੇ ਵਿੱਚ ਮਨੁੱਖ ਨੂੰ ਪ੍ਰੇਰਿਤ ਕਰਦਿਆਂ ਹੋਇਆਂ ਕਿਹਾ ਹੈ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਕਿ ਹੇ ਬ੍ਰਹਮੰਡੀ ਜੋਤ ਤੂੰ ਹੀ ਮੇਰਾ ਸਰਬੰਸ ਹੈ, ਤੂੰ ਮੇਰਾ ਪਿਤਾ ਭਾਵ ਪਾਲਣ ਪੋਸ਼ਣ ਕਰਨ ਵਾਲਾ ਹੈ, ਤੂੰ ਮੇਰਾ ਮਾਤਾ ਭਾਵ ਮੇਰਾ ਜਨਮਦਾਤਾ, ਇਸ ਸੰਸਾਰ ਦੇ ਵਿੱਚ ਪੈਦਾਇਸ਼ ਕਰਨ ਵਾਲਾ ਤੂੰ ਹੈ, ਤੂੰ ਮੇਰਾ ਬੰਧਪ ਜੋ ਮੇਰਾ ਦੁਨਿਆਵੀ ਸਗਾ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਸਭ ਦੀ ਜਗ੍ਹਾ ਜੋ ਹੈ ਤੇਰੇ 'ਤੇ ਹੀ ਸਭ ਨਾਲੋਂ ਜ਼ਿਆਦਾ ਮੈਨੂੰ ਵਿਸ਼ਵਾਸ ਹੈ, ਆਸ ਹੈ ਕਿ ਇਸ ਦੁਨੀਆ ਦੇ ਵਿੱਚ ਤੂੰ ਹੀ ਮੇਰਾ ਸਭ ਤੋਂ ਵੱਡਾ ਸਹਾਇਕ ਹੈ, ਰਾਹ ਦਸੇਰਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈਂ, ਕਿਉਂਕਿ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਹਰ ਪਲ ਮੇਰੀ ਰਹਿਨੁਮਾਈ ਕਰਨ ਵਾਲਾ, ਮੇਰੀ ਸੁਰੱਖਿਆ ਕਰਨ ਵਾਲਾ, ਮੈਨੂੰ ਸਿੱਧੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਨ ਵਾਲਾ ਤੂੰ ਆਪ ਹੈ। ਤਾ ਭਉ ਕਿਹਾ ਕਾੜਾ ਜੀਉ, ਅਤੇ ਜਦੋਂ ਤੂੰ ਮੇਰੇ ਅੰਗ ਸੰਗ ਹੈ, ਤੂੰ ਮੇਰਾ ਰਹਿਬਰ ਹੈ, ਤੂੰ ਮੇਰਾ ਰੱਖਿਅਕ ਹੈ, ਤਾਂ ਫਿਰ ਮੈਨੂੰ ਜੋ ਹੈ ਤਾਂ ਭਉ ਯਾਨੀ ਕਿ ਮੈਨੂੰ ਇਸ ਸੰਸਾਰ ਦੇ ਵਿੱਚ ਕਿਸ ਚੀਜ਼ ਦਾ ਭਉ ਹੈ ਜਾਂ ਡਰ ਹੈ। ਮੇਰੇ ਮਨ ਦੇ ਵਿੱਚ
ਸੰਸਾਰ ਦੇ ਪ੍ਰਤੀ ਕੋਈ ਲਾਲਸਾ ਰਹਿ ਹੀ ਨਹੀਂ ਗਈ। ਕਿਉਂ? ਕਿਉਂਕਿ ਤੂੰ ਮੇਰਾ ਸਹਾਈ ਹੈ, ਤੂੰ ਮੇਰਾ ਰੱਖਿਅਕ ਬਣ ਕੇ ਤੂੰ ਮੈਨੂੰ ਸਿੱਧੇ ਰਸਤੇ 'ਤੇ ਚੱਲਣ ਦੇ ਲਈ ਪ੍ਰੇਰਿਤ ਕਰਦਿਆਂ ਹੋਇਆ ਚੰਗੇ ਕਰਮ ਕਰਨ ਦੇ ਲਈ ਮੇਰੇ ਮਨ ਨੂੰ ਜੋ ਹੈ ਚੰਗੇ ਕਰਮਾਂ ਵਾਲੇ ਪਾਸੇ ਲਾ ਲਿਆ ਹੈ। ਇਸ ਲਈ ਇਸ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭਉ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਤੁਮਰੀ ਕਿਰਪਾ ਤੇ ਤੁਧ ਪਛਾਣਾ। ਔਰ ਜੇਕਰ ਮੇਰੇ ਮਨ ਦੇ ਵਿੱਚ ਤੇਰੇ ਪ੍ਰਤੀ ਇੰਨੇ ਵਿਸ਼ਵਾਸ ਦੇ ਭਾਵ ਪੈਦਾ ਹੋਏ ਹਨ ਤਾਂ ਉਹ ਵੀ ਤੇਰੀ ਰਹਿਮਤ ਹੈ। ਤੇਰੀ ਕਿਰਪਾ ਸਦਕਾ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਬ੍ਰਹਿਮੰਡ ਦੇ ਵਿੱਚ ਰਚਿਆ ਹੋਇਆ ਜੋ ਕਾਦਰ ਹੈ, ਜੋ ਕੁਦਰਤ ਹੈ, ਜਦੋਂ ਦੁਨਿਆਵੀ ਜੀਵਾਂ ਦੀ ਬਜਾਏ ਅਸੀਂ ਉਸ ਨੂੰ ਆਪਣਾ ਸਰਬੰਸ ਮੰਨਾਂਗੇ ਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਸੇ ਵੀ ਕਿਸਮ ਦਾ ਡਰ ਭਉ ਚਿੰਤਾ ਪਰੇਸ਼ਾਨੀ ਰਹਿ ਹੀ ਨਹੀਂ ਜਾਏਗੀ। ਔਰ ਅਜਿਹੇ ਭਾਵ ਵੀ ਮਨੁੱਖ ਦੇ ਮਨ ਦੇ ਵਿੱਚ ਪ੍ਰਭੂ ਦੇ ਪ੍ਰਤੀ ਵਿਸ਼ਵਾਸ ਦੇ ਭਾਵ ਵੀ ਜਿਹੜੇ ਨੇ ਉਸ ਦੀ ਕਿਰਪਾ ਸਦਕਾ ਹੀ ਪੈਦਾ ਹੁੰਦੇ ਨੇ ਕਿ ਜੀਵ ਜੋ ਹੈ ਉਸ ਦੀ ਰਹਿਮਤ ਸਦਕਾ ਹੀ ਇਸ ਗੱਲ ਦਾ ਅਹਿਸਾਸ ਕਰਦਾ ਹੈ, ਉਸ ਨੂੰ ਪਛਾਣ ਆਉਂਦੀ ਹੈ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਇਸ ਲਈ ਹੇ ਪ੍ਰਮਾਤਮਾ, ਇਸ ਸੰਸਾਰ ਦੇ ਵਿੱਚ ਤੂੰ ਹੀ ਮੇਰੀ ਓਟ ਆਸਰਾ ਹੈ, ਤੂੰ ਹੀ ਮੇਰਾ ਮਾਣ ਹੈ। ਮੇਰੇ ਅੰਦਰ ਧਿਰ ਬਣ ਕੇ, ਮੇਰਾ ਅੰਦਰ ਜੋ ਹੈ ਵਿਸ਼ਵਾਸ ਬਣ ਕੇ ਜੋ ਹੈ ਮੈਨੂੰ ਚੰਗੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦੇ ਰਿਹਾ ਹੈ। ਤੁਝ ਬਿਨ ਦੂਜਾ ਅਵਰ ਨਾ ਕੋਈ। ਕਿਉਂਕਿ ਇਸ ਸੰਸਾਰ ਦੇ ਵਿੱਚ ਤੇਰੇ ਤੋਂ ਸਿਵਾ ਤੁਝ ਬਿਨ, ਤੇਰੇ ਤੋਂ ਬਿਨਾਂ ਦੂਜਾ ਮੇਰਾ ਭਾਵ ਹੋਰ ਕੋਈ ਵੀ ਦੂਸਰਾ ਸ਼ਖਸ ਨਹੀਂ ਹੈ ਜਿਸ 'ਤੇ ਮੈਨੂੰ ਇੰਨਾ ਵਿਸ਼ਵਾਸ ਹੋਵੇ, ਜਿਸ 'ਤੇ ਇੰਨਾ ਮਾਣ ਹੋਵੇ, ਜਿਹੜਾ ਮੈਨੂੰ ਮੇਰੀ ਹਰ ਸਥਿਤੀ ਦੇ ਵਿੱਚ ਮੇਰੀ ਰਹਿਨੁਮਾਈ ਕਰ ਸਕਦਾ ਹੋਵੇ। ਤੁਝ ਬਿਨ ਦੂਜਾ ਅਵਰ ਨਾ ਕੋਈ। ਤੇਰੇ ਤੋਂ ਬਿਨਾਂ ਹੋਰ ਇਸ ਸੰਸਾਰ ਦੇ ਵਿੱਚ ਕੋਈ ਵੀ ਆਪਣਾ ਕਹਿਣ ਲਈ ਨਹੀਂ ਹੈ। ਕੋਈ ਸਭ ਤੇਰਾ ਖੇਲ ਅਖਾੜਾ ਜੀਓ। ਕਿਉਂਕਿ ਇਹ ਸੰਸਾਰ ਰੂਪੀ ਜਿਹੜਾ ਅਖਾੜਾ ਹੈ, ਅਖਾੜਾ ਜਿੱਥੇ ਭਲਵਾਨ ਜਿਹੜੇ ਨੇ ਕੁਸ਼ਤੀ ਕਰਦੇ ਨੇ, ਭਲਵਾਨੀ ਕਰਦੇ ਨੇ, ਉਹ ਅਖਾੜਾ। ਇਸ ਲਈ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਇਹ ਸੰਸਾਰ ਜੋ ਹੈ ਇੱਕ ਅਖਾੜੇ ਦੇ ਸਮਾਨ ਹੈ, ਜਿਸ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਆਪਣੇ ਮਨ ਦੇ ਨਾਲ ਘੋਲ ਦੇ ਵਿੱਚ ਰੁੱਝਿਆ ਰਹਿੰਦਾ ਹੈ ਵਿਸ਼ੇ ਵਿਕਾਰਾਂ ਦੇ ਉੱਤੇ ਕਾਬੂ ਪਾਉਣ ਦੇ ਲਈ। ਔਰ ਵਿਸ਼ੇ ਵਿਕਾਰਾਂ ਉੱਤੇ ਕਾਬੂ ਜੋ ਹੈ ਇਸ ਸੰਸਾਰ ਰੂਪੀ ਅਖਾੜੇ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਤਾਂ ਹੀ ਪਾ ਸਕਦਾ ਹੈ ਜਦੋਂ ਉਸ ਨੂੰ ਤੇਰੇ ਉੱਤੇ ਪੂਰਨ ਵਿਸ਼ਵਾਸ ਹੋਏਗਾ। ਔਰ ਇਹ ਸਾਰਾ ਜੋ ਸ੍ਰਿਸ਼ਟੀ ਦਾ ਪਸਾਰਾ ਹੈ ਇਹ ਤੇਰਾ ਹੀ ਬਣਾਇਆ ਹੋਇਆ ਹੈ ਔਰ ਤੂੰ ਹੀ ਆਪਣੇ ਰਜ਼ਾ ਅਨੁਸਾਰ ਜੋ ਹੈ ਮਨੁੱਖ ਨੂੰ ਇਹਨਾਂ ਕਾਰਾਂ ਵਿਹਾਰਾਂ ਦੇ ਵਿੱਚ ਚੰਗੇ ਜਾਂ ਮੰਦੇ, ਮਨੁੱਖ ਦੇ ਮਨ ਦੇ ਵਿੱਚ ਵਿਸ਼ਵਾਸ ਪੈਦਾ ਹੋਣਾ ਹੈ, ਇਹ ਵਿਸ਼ਵਾਸ ਪੈਦਾ ਹੋਣਾ ਹੈ, ਇਹ ਸਾਰੇ ਭਾਵ ਵੀ ਮਨੁੱਖ ਦੇ ਹਿਰਦੇ ਵਿੱਚ ਤੂੰ ਆਪ ਹੀ ਪੈਦਾ ਕਰਦਾ ਹੈ। ਔਰ ਆਪਣੀ ਰਜ਼ਾ ਅਨੁਸਾਰ ਇਸ ਸ੍ਰਿਸ਼ਟੀ ਦੇ ਸਿਰਜਣਹਾਰ ਦੇ ਰੂਪ ਦੇ ਵਿੱਚ ਤੂੰ ਸਾਰੀ ਸ੍ਰਿਸ਼ਟੀ ਨੂੰ ਕਾਰਾਂ ਵਿਹਾਰਾਂ ਦੇ ਵਿੱਚ ਲਾਇਆ ਹੋਇਆ ਹੈ। ਜੀ ਜੰਤ ਸਭ ਤੁਧ ਅਪਾਏ। ਇੱਥੋਂ ਤੱਕ ਕਿ ਸਾਰੀ ਸ੍ਰਿਸ਼ਟੀ ਦੇ ਜਿਹੜੇ ਜੀਵ ਹਨ, ਜੰਤੂ ਹਨ, ਭਾਵੇਂ ਉਹ ਮਨੁੱਖ ਹੈ, ਭਾਵੇਂ ਉਹ ਜੰਗਲੀ ਜੀਵ ਹਨ, ਭਾਵੇਂ ਜੋ ਪਸ਼ੂ ਹਨ ਜਾਂ ਪਰਿੰਦੇ ਹਨ, ਭਾਵ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਤੂੰ ਹੈ, ਆਪ ਹੈ। ਜੀ ਜੰਤ ਸਭ ਤੁਧ ਅਪਾਏ। ਤੇਰੀ ਹੀ ਉਪਜ ਹਨ ਸਾਰੇ, ਤੇਰੀ ਹੀ ਪੈਦਾਇਸ਼ ਹਨ। ਜਿਤ ਜਿਤ ਭਾਣਾ ਤਿਤ ਤਿਤ ਲਾਏ। ਤੇ ਤੂੰ ਆਪਣੀ ਰਹਿਮਤ ਅਨੁਸਾਰ, ਆਪਣੀ ਮਿਹਰ ਅਨੁਸਾਰ, ਆਪਣੇ ਭਾਣੇ ਅਨੁਸਾਰ, ਆਪਣੀ ਰਜ਼ਾ ਅਨੁਸਾਰ ਜੋ ਹੈ ਜਿਵੇਂ ਜਿਵੇਂ ਤੂੰ ਚਾਹਿਆ ਹੈ ਜੀਵ ਨੂੰ ਉਸੇ ਤਰ੍ਹਾਂ ਦੇ ਕਾਰਾਂ ਵਿਹਾਰਾਂ ਦੇ ਵਿੱਚ ਲਾਇਆ ਹੋਇਆ ਹੈ। ਭਾਵ ਜੇ ਕੋਈ ਜੀਵ ਚੰਗੇ ਕਰਮ ਕਰਦਾ ਹੈ ਉਹ ਵੀ ਤੇਰੀ ਰਜ਼ਾ ਅਨੁਸਾਰ ਹੈ, ਜੇ ਕੋਈ ਮੰਦੇ ਕਰਮ ਕਰ ਰਿਹਾ ਹੈ ਉਹ ਵੀ ਤੇਰੀ ਰਜ਼ਾ ਅਨੁਸਾਰ ਹੈ। ਭਾਵ ਜਿਸ ਦੇ ਉੱਤੇ ਤੇਰੀ ਮਿਹਰ ਭਰੀ ਦ੍ਰਿਸ਼ਟੀ ਹੈ ਤਾਂ ਉਹ ਚੰਗੇ ਕਰਮਾਂ ਦੇ ਵਿੱਚ ਲੀਨ ਹੋ ਜਾਏਗਾ। ਔਰ ਜੇਕਰ ਉਸ ਦੇ ਉੱਪਰ ਤੇਰੀ ਨਜ਼ਰੇ ਇਨਾਇਤ ਨਹੀਂ ਬਣ ਸਕੀ ਤਾਂ ਉਹ ਮਨੁੱਖ ਜੋ ਹੈ ਉਹ ਮਾੜੇ ਕਰਮਾਂ ਦੇ ਵਿੱਚ ਖੁੱਭ ਜਾਂਦਾ ਹੈ। ਸੋ ਇਸ ਸ੍ਰਿਸ਼ਟੀ ਦੇ ਵਿੱਚ ਜੋ ਵੀ ਹੋ ਰਿਹਾ ਹੈ, ਜੋ ਵੀ ਮਨੁੱਖ ਜਿੱਥੇ ਜਿੱਥੇ ਜੋ ਕੰਮ ਜਿਸ ਤਰ੍ਹਾਂ ਦੇ ਕਰ ਰਿਹਾ ਹੈ ਉਹ ਤੇਰੀ ਰਜ਼ਾ ਅਨੁਸਾਰ ਵਾਪਰ ਰਹੇ ਹਨ। ਸਭ ਕਿਛੁ ਕੀਤਾ ਤੇਰਾ ਹੋਵੇ, ਨਾ ਹੀ ਕਿਛੁ ਅਸਾੜਾ ਜੀਓ। ਗੁਰੂ ਨਾਨਕ ਸਵਰੂਪ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਸਭ ਕਿਛੁ ਕੀਤਾ ਤੇਰਾ ਹੋਵੇ। ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਮਨੁੱਖ ਦੇ ਹੱਥ ਵੱਸ ਨਹੀਂ ਹੈ, ਉਹ ਸਭ ਤੇਰੀ ਮਿਹਰ ਸਦਕਾ ਹੀ ਹੁੰਦਾ ਹੈ। ਕਿਉਂਕਿ ਨਾ ਹੀ ਕਿਛੁ ਅਸਾੜਾ ਜੀਓ, ਕਿਉਂਕਿ ਜਿਹੜਾ
ਪ੍ਰਭੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਜੀਵ ਹੈ, ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਸ ਦੇ ਕੀਤਿਆਂ ਕੁਝ ਨਹੀਂ ਹੋਣਾ। ਇਸ ਸੰਸਾਰ ਦੇ ਵਿੱਚ ਜੋ ਮਨੁੱਖ ਹਮੇਸ਼ਾ ਹਉਮੈ ਦੇ ਵਿੱਚ ਗਰਸਿਆ ਹੋਇਆ, ਧਨ ਦੌਲਤ ਦੇ ਵਿੱਚ ਖੁੱਭਿਆ ਰਹਿੰਦਾ ਹੈ, ਮੈਂ ਜਾਂ ਮੇਰੀ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ, ਉਸ ਮਨੁੱਖ ਦੀ ਬਜਾਏ ਜੋ ਪ੍ਰਭੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਮਨੁੱਖ ਹੈ, ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਹ ਪ੍ਰਭੂ ਦੀ ਰਹਿਮਤ ਅਨੁਸਾਰ ਹੋ ਰਿਹਾ ਹੈ। ਜੀਵ ਦੇ ਕੀਤਿਆਂ ਇਸ ਸੰਸਾਰ, ਅਸਾੜਾ ਭਾਵ ਸਾਡੇ ਕਰਨ ਦੇ ਅਨੁਸਾਰ, ਜੀਵ ਦੇ ਮਰਜ਼ੀ ਦੇ ਅਨੁਸਾਰ ਇਸ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਵਾਪਰਦਾ। ਨਾਮ ਧਿਆਏ ਮਹਾ ਸੁਖ ਪਾਇਆ। ਔਰ ਜਿਹੜਾ ਜੀਵ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਾਮ ਧਿਆਉਂਦਾ ਹੈ, ਕਰਮ ਜੋ ਹੈ ਆਪਣੇ ਚੰਗੇ ਬਣਾਉਣ ਦੇ ਲਈ ਨਾਮ, ਬੰਦਗੀ, ਸਿਮਰਨ, ਆਰਾਧਨਾ ਦੇ ਵਿੱਚ ਲੱਗਿਆ ਰਹਿੰਦਾ ਹੈ, ਉਸ ਨੂੰ ਇਸ ਸੰਸਾਰ ਦੇ ਵਿੱਚ ਮਹਾ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇੱਕ ਤਾਂ ਸੁਖ ਹੁੰਦਾ ਹੈ, ਇੱਕ ਮਹਾ ਸੁਖ, ਯਾਨੀ ਕਿ ਬਹੁਤ ਵੱਡਾ ਇੱਕ ਹਰ ਤਰ੍ਹਾਂ ਦਾ ਸੁੱਖ ਜੋ ਹੈ, ਭਾਵੇਂ ਉਹ ਮਾਨਸਿਕ ਹੋਵੇ, ਭਾਵੇਂ ਉਹ ਸਰੀਰਕ ਹੋਵੇ, ਭਾਵੇਂ ਉਹ ਆਰਥਿਕ ਹੋਵੇ, ਕਿਸੇ ਵੀ ਤਰ੍ਹਾਂ ਦਾ ਜੋ ਅਵਸਥਾ ਹੈ ਉਹ ਮਨੁੱਖ ਜੋ ਹੈ ਉਸ ਦੇ ਵਿੱਚ ਆਨੰਦਮਈ ਅਵਸਥਾ, ਪਰਮਾ ਆਨੰਦ ਦੀ ਸਥਿਤੀ ਦੇ ਵਿੱਚ ਰਹਿੰਦਾ ਹੈ। ਹਮੇਸ਼ਾ ਖੇੜੇ ਖੁਸ਼ੀਆਂ ਜੋ ਹੈ ਉਸ ਨੂੰ ਆਪਣੇ ਚੌਗਿਰਦੇ ਦੇ ਵਿੱਚ ਮਹਿਸੂਸ ਹੁੰਦੀਆਂ ਹਨ। ਕਿਉਂਕਿ ਉਸ ਨੇ ਇੱਕੋ ਓਟ ਜੋ ਹੈ ਉਸ ਕਾਦਰ ਦੀ, ਉਸ ਕੁਦਰਤ ਦੀ ਲਈ ਹੋਈ ਹੈ ਔਰ ਉਸ ਦੀ ਬੰਦਗੀ ਦੇ ਵਿੱਚ ਲੀਨ ਹੈ। ਹਰ ਗੁਣ ਗਾਏ ਮੇਰਾ ਮਨ ਸਿਤਲਾਇਆ। ਫਿਰ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਹਰੀ ਗੁਣ ਗਾਏ, ਭਾਵ ਉਸ ਪ੍ਰਭੂ, ਉਸ ਕਾਦਰ, ਉਸ ਕੁਦਰਤ ਦੇ ਗੁਣਗਾਨ ਕਰਨ ਦੇ ਨਾਲ, ਬੰਦਗੀ ਕਰਨ ਦੇ ਨਾਲ, ਉਸ ਦੀ ਆਰਾਧਨਾ ਕਰਨ ਦੇ ਨਾਲ, ਉਸਤਤ ਕਰਨ ਦੇ ਨਾਲ ਮੇਰਾ ਮਨ ਸ਼ਿਤਲਾਇਆ, ਮੇਰੇ ਮਨ ਨੂੰ ਜੋ ਹੈ ਠੰਡ ਪੈਂਦੀ ਹੈ। ਸ਼ਿਤਲਾਇਆ, ਸੀਤਲਾਇਆ ਭਾਵ ਬਹੁਤ ਸੀਤਲ ਠੰਡਾ ਹੋ ਜਾਂਦਾ ਹੈ ਮਨ, ਭਾਵ ਵਿਸ਼ੇ ਵਿਕਾਰਾਂ ਦੇ ਵਿੱਚੋਂ ਜੋ ਹੈ ਉਸ ਦਾ ਧਿਆਨ ਨਾ ਲੱਗ ਕੇ, ਯਾਨੀ ਕਿ ਚੰਗੇ ਕਰਮਾਂ ਦੇ ਵਿੱਚ ਲੱਗਣ ਸਦਕਾ ਉਸ ਦਾ ਮਨ ਜੋ ਹੈ ਆਤਮਿਕ ਆਨੰਦ ਦੀ ਅਵਸਥਾ ਦੇ ਵਿੱਚ ਹੋਣ ਸਦਕਾ ਜੋ ਹੈ ਹਰ ਤਰ੍ਹਾਂ ਦੀਆਂ ਬੁਰਾਈਆਂ ਵੱਲੋਂ ਜੋ ਹੈ ਮੁਕਤ ਰਹਿੰਦਾ ਹੈ। ਉਸ ਦੇ ਹਿਰਦੇ ਦੇ ਵਿੱਚ ਹਮੇਸ਼ਾ ਠੰਡ ਵਰਤੀ ਰਹਿੰਦੀ ਹੈ। ਉਸ ਦੇ ਹਿਰਦੇ ਦੇ ਵਿੱਚ ਕਦੇ ਵੀ ਕਾਮ, ਕ੍ਰੋਧ ਜਾਂ ਹੰਕਾਰ ਰੂਪੀ ਜਾਂ ਲੋਭ ਰੂਪੀ ਖਿਆਲ ਜਿਹੜੇ ਨੇ ਨਹੀਂ ਆਉਂਦੇ ਅਤੇ ਉਸ ਦੇ ਮਨ ਨੂੰ ਕਦੇ ਵੀ ਅਸ਼ਾਂਤ ਨਹੀਂ ਕਰਦੇ, ਸੀਤਲ, ਸ਼ਾਂਤ, ਠੰਡਾ ਰੱਖਦੇ ਹਨ। ਗੁਰ ਪੂਰੇ ਵੱਜੀ ਵਧਾਈ, ਨਾਨਕ ਜਿੱਤਾ ਬਿਖਾੜਾ ਜਿਉ। ਗੁਰ ਪੂਰੇ, ਔਰ ਅਜਿਹੀ ਸਿਤਲਾਈ, ਮਨ ਦੀ ਸ਼ਾਂਤ ਅਵਸਥਾ ਕਿਵੇਂ ਜਾਂ ਕਦੋਂ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ? ਗੁਰ ਪੂਰੇ ਵੱਜੀ ਵਧਾਈ, ਜਦੋਂ ਉਸ ਪੂਰਨ ਗੁਰੂ ਨੇ ਦੀ ਰਹਿਮਤ ਅਨੁਸਾਰ ਜੋ ਹੈ ਚੰਗੇ ਪਾਸੇ ਚੱਲਦਿਆਂ ਹੋਇਆਂ ਗੁਰੂ ਦੀ ਉਸ ਦੇ ਉੱਤੇ ਬੜੀ ਰਹਿਮਤ ਹੋਈ ਹੈ, ਆਸ਼ੀਰਵਾਦ ਹੋਇਆ ਔਰ ਪੂਰੇ ਗੁਰੂ ਨੂੰ ਉਸਨੇ ਧਾਰਨ ਕੀਤਾ ਹੈ। ਭਾਵ ਕਿਸੇ ਜੋ ਹੈ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਕਿਸੇ ਸਤਸੰਗੀ ਮਨੁੱਖ ਜੋ ਹਰ ਤਰ੍ਹਾਂ ਦੇ ਵਿਸ਼ੇ ਵਿਕਾਰਾਂ ਤੋਂ ਮੁਕਤ ਹੈ, ਉਹਦੀ ਰਹਿਨੁਮਾਈ ਦੇ ਵਿੱਚ ਗਿਆਨ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਆਪਣੇ ਮਨ, ਵਚਨ, ਕਰਮ ਤੋਂ ਜੋ ਹੈ ਉਹ ਪ੍ਰਭੂ ਬੰਦਗੀ ਦੇ ਵਿੱਚ ਲੀਨ ਹੋਇਆ ਹੈ, ਚੰਗੇ ਕਰਮਾਂ ਵਾਲੇ ਪਾਸੇ ਲੱਗਿਆ ਹੈ ਔਰ ਅਜਿਹੀ ਅਵਸਥਾ ਵੀ ਉਸਨੂੰ ਵੱਜੀ ਵਧਾਈ, ਗੁਰੂ ਦੀ ਵਧਾਈ, ਯਾਨੀ ਕਿ ਮਿਹਰ ਸਦਕਾ, ਉਸ ਦੀ ਹਿੰਮਤ, ਹੌਸਲੇ ਸਦਕਾ, ਭਾਵ ਉਸ ਨੂੰ ਪੂਰੇ ਗੁਰੂ ਨੇ ਹੀ ਅਜਿਹਾ ਹਿੰਮਤ, ਹੌਸਲਾ ਬਖਸ਼ਿਆ ਹੈ ਕਿ ਉਹ ਸੱਚ ਦੇ ਮਾਰਗ ਦਾ ਪੰਧ ਹੀ ਬਣ ਸਕਿਆ ਹੈ ਔਰ ਸੱਚ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਨਾਨਕ ਜਿੱਤਾ ਬਿਖਾੜਾ ਜਿਉ। ਔਰ ਉਸ ਨੇ ਇਸ ਬਿਖੜਾ ਰਾਹ ਜੋ ਹੈ, ਬਿਖੜਾ ਮੁਸ਼ਕਲਾਂ, ਕਸ਼ਟਾਂ ਭਰਿਆ ਜੋ ਇਸ ਸੰਸਾਰ ਹੈ, ਇਸ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਤਮਿਕ ਜਿੱਤ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ। ਭਾਵ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਮੁਕਤ ਕਰ ਲਿਆ ਹੈ। ਇਹ ਉਸ ਦੀ ਸਭ ਤੋਂ ਵੱਡੀ ਜਿੱਤ ਹੈ ਔਰ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ, ਮਨ ਜੀਤੈ ਜਗ ਜੀਤ, ਉਹ ਸਮਝੋ ਸਾਰਾ ਸੰਸਾਰ ਦੇ ਉੱਤੇ ਵਿਜੈ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਜੋ ਉਹਨਾਂ ਦੀ ਬਾਣੀ ਹੈ, ਇਹ ਜੋ ਕਾਵ ਟੋਟੇ ਹਨ ਜੋ ਕਿ BA ਭਾਗ ਤੀਜਾ ਦੇ 6ਵੇਂ ਸਮੈਸਟਰ ਦੇ ਸਿਲੇਬਸ ਦੇ ਵਿੱਚ ਸ਼ਾਮਿਲ ਹੋਏ ਹਨ। ਇਹਨਾਂ ਦੇ ਵਿੱਚ ਮਨੁੱਖ ਨੂੰ ਜੋ ਹੈ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਚੰਗੇ ਕਰਮ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਉਮੀਦ ਹੈ ਕਿ ਵਿਦਿਆਰਥੀਆਂ ਦੇ ਲਈ ਅੱਜ ਦੀ ਕਲਾਸ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਇਜਾਜ਼ਤ, ਧੰਨਵਾਦ।